ਵਿਜ਼ਨ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਚਰਚਾ ਦਾ ਮੁੱਦਾ ਵੀ ਸਵਾਗਤ ਹੈ ਜੀ। ਹਰ ਕੋਈ ਚਰਚਾ ਇਸੇ ਗੱਲ ਦੀ ਕਰ ਰਿਹਾ ਕਿ ਕੀ ਬਣੂਗਾ ਸੰਗਰੂਰ ਵਿੱਚ ਕੌਣ ਬਾਜੀ ਮਾਰ ਰਿਹਾ, ਮਾਨ ਸਰਕਾਰ ਦਾ ਉਮੀਦਵਾਰ ਕਿ ਸਿਮਰਜੀਤ ਮਾਨ ਜੋ ਆਪਣੇ ਆਪ 'ਚ ਸਰਕਾਰ ਨੇ। ਸੋ ਕਿਹਦੀ ਬਾਜੀ ਵੱਜੇਗੀ, ਕਿਹੜਾ ਭਾਰਤੀ ਸੰਸਦ 'ਚ ਪਹੁੰਚੇਗਾ ਸੰਗਰੂਰ ਹਲਕੇ ਦੀ ਨੁਮਾਇੰਦਗੀ ਕਰਨ ਲਈ। ਸੋ ਜਿੱਥੇ ਉਹਦੀ ਚਰਚਾ ਹੈ ਉੱਥੇ ਪੰਜਾਬ ਸਰਕਾਰ ਦੇ ਕਦਮਾਂ ਦੀ ਚਰਚਾ ਖੂਬ ਹੈ। ਇੱਕ ਪਾਸੇ ਪੁਰਾਣਾ ਫਸਿਆ ਸਿਹਤ ਮੰਤਰੀ ਅਜੇ ਵੀ ਜ਼ਮਾਨਤ ਤੋਂ ਵਾਂਝਾ ਹੈ, ਜ਼ਮਾਨਤ ਨਹੀਂ ਮਿਲ ਪਾ ਰਹੀ, ਅੱਜ ਵੀ ਉਹਨੂੰ ਜ਼ਮਾਨਤ ਨਹੀਂ ਮਿਲੀ। ਦੂਸਰੇ ਪਾਸੇ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ ਤੇ 6 ਵਜੇ ਤੋਂ ਬਾਅਦ ਚੋਣ ਪ੍ਰਚਾਰ ਬੰਦ ਤੇ ਸਾਰੇ ਬਾਹਰਲੇ ਜਿਹੜੇ ਵੋਟਰ ਨਹੀਂ ਹੈਗੇ ਉਹ ਬਾਹਰ ਜਾਣਗੇ। ਪਰ ਇੱਕ ਹੋਰ ਅਫਸਰ ਅੰਦਰ ਗਿਆ। ਜੀ ਹਾਂ, ਆਪ ਜੇਕਰ ਦੇਖੀਏ ਤਾਂ ਭਗਵੰਤ ਮਾਨ ਦੀ ਸਰਕਾਰ ਸ਼ਾਇਦ ਇਹ ਪਹਿਲਾ ਹੈ ਕਿ ਪਹਿਲਾ ਅਫਸਰ ਇੱਕ ਅੰਦਰ ਗਿਆ, ਪਰ ਇਹ ਤੋਂ ਪਹਿਲਾਂ ਮੰਤਰੀ ਕਈ ਕਤਾਰਬੱਧੀ ਅੰਦਰ ਜਾ ਚੁੱਕੇ ਨੇ। ਇਸ ਮਸਲੇ 'ਤੇ ਚਰਚਾ ਖੂਬ ਹੈ ਕਿ ਕੀ ਪ੍ਰਸ਼ਾਸਨ ਦੀ ਭੂਮਿਕਾ ਭ੍ਰਿਸ਼ਟਾਚਾਰ 'ਚ ਕਿੰਨੀ ਕੁ ਹੁੰਦੀ ਹੈ, ਰਾਜਨੀਤੀ ਦੀ ਕਿੰਨੀ ਕੁ ਹੁੰਦੀ ਹੈ, ਅਤੇ ਜਿਨ੍ਹਾਂ ਨੂੰ ਫਸਾਇਆ ਜਾਂਦਾ, ਮੋਹਰੇ ਬਣਿਆ ਜਾਂਦਾ, ਕਦੇ ਕਲਰਕ ਫਸ ਗਿਆ, ਕਦੇ ਸੈਕਟਰੀ ਫਸ ਗਿਆ, ਕਦੇ ਸਰਪੰਚ ਪੰਚ ਫਸ ਗਿਆ, ਉਹਨਾਂ ਦੀ ਭੂਮਿਕਾ ਕਿੰਨੀ ਕੁ। ਜਿੱਥੇ ਇਹ ਪਹਿਲੂ ਚਰਚਾ ਮੰਗਦੇ ਨੇ ਉੱਥੇ ਸਰਕਾਰ ਵੱਲੋਂ ਲਗਾਤਾਰ ਕੀਤੇ ਜਾ ਰਹੇ ਐਲਾਨਾਂ ਦੇ ਨਾਲ ਉਹਨਾਂ ਦੇ ਪ੍ਰਚਾਰ ਲਈ ਖਰਚਿਆ ਜਾ ਰਿਹਾ ਪੈਸਾ ਖੂਬ ਚਰਚਾ ਵਿੱਚ ਹੈ। ਅਤੇ ਇਸ ਖਰਚੇ ਦੇ ਨਾਲ ਹੀ ਫਿਰ ਚਰਚਾ ਕਰਜ਼ੇ ਦੀ ਵੀ ਆਉਂਦੀ ਹੈ, ਜਿਹੜਾ ਕਰਜ਼ਾ ਲਿਆ ਜਾ ਰਿਹਾ। ਸੋ ਇਹਨਾਂ ਪਹਿਲਾਂ ਲੈ ਕੇ ਵਿਚਾਰ ਕਰਾਂਗੇ। ਵਿਚਾਰ ਲਈ ਚਰਚਾ ਕਰਨੀ ਸੀਨੀਅਰ ਪੱਤਰਕਾਰ ਇੰਦਰਪ੍ਰੀਤ ਸਾਡੇ ਨਾਲ ਨੇ। ਭਾਜੀ ਸਵਾਗਤ ਕਰਦੇ। ਥੈਂਕ ਯੂ ਜੀ, ਥੈਂਕ ਯੂ। ਭਾਜੀ ਮੈਂ ਇਸੇ ਗੱਲ ਤੋਂ ਗੱਲ ਸ਼ੁਰੂ ਕਰਨੀ ਚਾਹੁੰਦਾ ਕਿ ਚਾਹੇ ਉਹ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਫਸਿਆ, ਚਾਹੇ ਇਹਨਾਂ ਦਾ ਆਪਣਾ ਮੌਜੂਦਾ ਮੰਤਰੀ ਸਿਹਤ ਮੰਤਰੀ ਫਸਿਆ, ਅਤੇ ਚਾਹੇ ਹੁਣ ਅਫਸਰ ਫਸਿਆ, ਕੀ ਇਹ ਸਾਰੇ ਇੱਕੋ ਕੜੀ ਹੈ, ਇੱਕੋ ਤਰ੍ਹਾਂ ਦੇਖਣਾ ਚਾਹੀਦਾ, ਜਾਂ ਇਹ ਅੱਡ ਅੱਡ ਕੁਛ ਕਾਰਵਾਈ ਹੈ? ਇਹ ਸਾਰਾ ਖੇਡ ਚੱਲਦਾ ਕੀ ਹੈ? ਜਾਂ ਇਹ ਹੁਣ ਇਸ ਚੋਣਾਂ ਦੇ ਨੇੜੇ ਆ ਕੇ ਕੀਤੀ ਕਾਰਵਾਈ ਨੂੰ ਕੋਈ ਰਾਜਨੀਤੀ ਨਾਲ ਜੋੜ ਕੇ ਦੇਖਦੇ ਹੋ, ਜਾਂ ਇਹ ਰੂਟੀਨ ਕਾਰਵਾਈ ਹੈ? ਨਹੀਂ, ਮੈਨੂੰ ਲੱਗਦਾ ਕਿ ਚੋਣ ਇਹ ਜਿਹੜੀ ਚੱਲ ਰਹੀ ਹੈ ਇਹਦੇ ਨਾਲ ਤਾਂ ਇਹਦਾ ਕੋਈ ਸੰਬੰਧ ਨਹੀਂ ਹੈਗਾ, ਕਿਉਂਕਿ ਮਤਲਬ ਇਹ ਸ਼ਿਕਾਇਤ ਜਿਹੜੀ ਉੱਥੇ ਗਈ ਹੈ। ਵੈਸੇ ਵੀ ਦੇਖੋ, ਸਾਨੂੰ ਇਹ ਤਾਂ ਨਹੀਂ ਭੁੱਲਣਾ ਚਾਹੀਦਾ ਕਿ ਚਲੋ ਬਾਕੀ ਸਰਕਾਰ ਦੇ ਕੰਮ ਕੋਈ ਕਿਸ ਤਰ੍ਹਾਂ ਅੰਕਲਨ ਕਰ ਰਿਹਾ, ਕੋਈ ਕਿਸ ਤਰ੍ਹਾਂ ਆਪਣੇ ਅੰਕਲਨ ਨੇ ਸਭ ਦੇ, ਪਰ ਉਹਦੇ ਵਿੱਚ ਇੱਕ ਚੀਜ਼ ਤਾਂ ਹੈ ਕਿ ਸਰਕਾਰ ਇਹ ਮੈਸੇਜ ਦੇਣ 'ਚ ਤਾਂ ਕਾਮਯਾਬ ਹੋ ਗਈ ਹੈ ਕਿ ਉਹ ਟੋਲਰੇਟ ਨਹੀਂ ਕਰੇਗੀ ਕਰਪਸ਼ਨ ਨੂੰ। ਹਾਂ, ਭ੍ਰਿਸ਼ਟਾਚਾਰ ਨਹੀਂ ਚੱਲੇਗਾ। ਚਾਹੇ ਉਹਨਾਂ ਨੇ ਦੂਜੀ ਸਰਕਾਰਾਂ ਦੇ ਮੰਤਰੀ ਨੂੰ ਫੜ ਕੇ ਅੰਦਰ ਕੀਤਾ, ਚਾਹੇ ਉਹਨਾਂ ਨੇ ਆਪਣਾ ਕੀਤਾ। ਇਸ ਕਰਕੇ ਉੱਥੇ ਜੇ ਹੁਣ ਕੋਈ ਦੂਜੀ ਸਰਕਾਰ ਇਹ ਆਰੋਪ ਲਗਾਏ ਕਿ ਜੀ ਇਹ ਵੈਂਡੇਟਾ ਹੈ, ਤਾਂ ਮੈਨੂੰ ਲੱਗਦਾ ਕਿ ਜਦੋਂ ਫਿਰ ਉਹਨਾਂ ਨੇ ਆਪਣਾ ਹੀ ਅੰਦਰ ਕਰਤਾ ਤਾਂ ਫਿਰ ਉਹ ਉਹ ਨਹੀਂ ਲਗਾ ਸਕਦੇ ਐਲੀਗੇਸ਼ਨ। ਤਾਂ ਹੁਣ ਇਹ ਸਾਰਿਆਂ ਦੇ ਵਿੱਚ ਫਿਰ ਵੀ ਇੱਕ ਚੀਜ਼ ਜਿਹੜੀ ਸਭ ਤੋਂ ਬਚੀ ਹੋਈ ਸੀ ਉਹ ਇਹ ਸੀ ਵੀ ਕੀ ਕਰਪਸ਼ਨ ਦੇ ਵਿੱਚ ਬਿਊਰੋਕਰੈਟਸ ਦਾ ਬਿਲਕੁਲ ਕੋਈ ਹੱਥ ਨਹੀਂ ਹੁੰਦਾ। ਜਦਕਿ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਸਰਕਾਰ ਹੈ ਜਾਂ ਜਿਹੜੀ ਮੰਤਰੀ ਨੂੰ ਜਿਹਨਾਂ ਨੂੰ ਆਪਾਂ ਸਰਕਾਰ ਬੋਲਦੇ ਹਾਂ, ਉਹਨਾਂ ਦਾ ਕੰਮ ਤਾਂ ਸਿਰਫ ਔਰ ਸਿਰਫ ਇਹ ਹੈ ਕਿ ਵੀ ਆਹ ਕਰਨਾ, ਆਹ ਕਰਨਾ, ਇਹ ਕਰਨਾ ਹੈ ਨਾ। ਇੱਕ ਉਹ ਨਿਯਮ ਬਣਾ ਦੇਣਗੇ, ਮਤਲਬ ਸਾਰੇ ਉਹਨੂੰ ਵਿਧਾਨ ਸਭਾ 'ਚ ਲਿਆ ਕੇ ਪਾਸ ਕਰਾ ਦੇਣਗੇ, ਸਭ ਕੁਛ ਹੋ ਜਾਏਗਾ, ਪਰ ਉਹਨਾਂ ਨੂੰ ਇੰਪਲੀਮੈਂਟ ਕਰਨਾ ਤਾਂ ਬਿਊਰੋਕ੍ਰੇਸੀ ਦੇ ਹੱਥ 'ਚ ਹੀ ਹੈ। ਤਾਂ ਇਸ ਕਰਕੇ ਜਦੋਂ ਕੋਈ ਮੰਤਰੀ ਫੜਿਆ ਜਾਂਦਾ ਤਾਂ ਫਿਰ ਇਹ ਬਿਲਕੁਲ ਜਿਹਨੂੰ ਆਪਾਂ ਕਹਿੰਦੇ ਨਾ ਕਿ ਇਗਨੋਰ ਹੋ ਜਾਂਦੀਆਂ ਨੇ ਚੀਜ਼ਾਂ ਕਿ ਤੁਸੀਂ ਕਿਸੇ ਅਫਸਰ ਨੂੰ ਹੱਥ ਹੀ ਨਹੀਂ ਪਾਇਆ। ਮੰਨ ਲਓ ਕਿ ਉਹ ਮੰਤਰੀ ਮਤਲਬ ਬਿਨਾਂ ਅਫਸਰ ਤੋਂ ਭ੍ਰਿਸ਼ਟਾਚਾਰ ਨਹੀਂ ਕਰ ਸਕਦਾ। ਬਿਲਕੁਲ, ਉਹਨਾਂ ਨੂੰ ਜੇ ਕੰਮ ਨਹੀਂ ਕਰ ਸਕਦਾ ਉਹ ਤੋਂ ਬਿਨਾਂ ਭ੍ਰਿਸ਼ਟਾਚਾਰ ਵੀ ਨਹੀਂ, ਕਿਉਂਕਿ ਇੱਕ ਜਿਹੜੀ ਫਾਈਲ ਹੈ ਉਹ ਬਿਊਰੋਕਰੈਟ ਦੇ ਹੱਥ 'ਚੋਂ ਹੀ ਜਾਣੀ ਹੈ। ਠੀਕ ਹੋ ਸਕਦਾ ਕਿ ਬਿਊਰੋਕਰੈਟ ਮੰਨ ਲਓ ਇਮਾਨਦਾਰ ਹੋਏ, ਮੰਨ ਲਓ ਕਹਿ ਸਕਦੇ ਤੁਸੀਂ ਵੀ ਸਾਰੇ ਬੇਈਮਾਨ ਵੀ ਨਹੀਂ ਹੁੰਦੇ, ਸਾਰੇ ਇਮਾਨਦਾਰ ਹੁੰਦੇ, ਤਾਂ ਮੰਨ ਲਓ ਬਿਊਰੋਕਰੈਟ ਕੰਮ ਨਹੀਂ ਵੀ ਕਰਨਾ ਚਾਹੁੰਦਾ ਤਾਂ ਉਹ ਫਾਈਲ 'ਤੇ ਘੱਟੋ ਘੱਟ ਜ਼ਰੂਰ ਲਿਖੂਗਾ ਕਿ ਮੈਂ ਇਸ ਨਾਲ ਸਹਿਮਤ ਨਹੀਂ ਹੈਗਾ, ਤੇ ਮੰਤਰੀ ਉਹਨੂੰ ਓਵਰਰੂਲ ਕਰ ਦੇ ਔਰ ਓਵਰਰੂਲ ਕਰਕੇ ਆਪਣਾ। ਪਰ ਮੈਂ ਦੇਖਿਆ ਬਹੁਤੇ ਮਾਮਲਿਆਂ 'ਚ ਮੰਤਰੀ ਇਹਦਾ ਨਹੀਂ ਕਰਦੇ। ਉਹ ਉਹੀ ਚੀਜ਼ ਕਰਦੇ ਹੈ ਜੋ ਥੱਲੇ ਹੋ ਕੇ ਆਉਂਦੀ ਹੈ, ਆਪਣੇ ਤੌਰ 'ਤੇ ਨਹੀਂ ਕਰਦੇ, ਕਿਉਂਕਿ ਮੰਤਰੀ ਇੰਨੇ ਜ਼ਿਆਦਾ ਅਨੁਭਵੀ ਨਹੀਂ ਹੈਗੇ, ਖਾਸ ਤੌਰ 'ਤੇ ਇਸ ਸਰਕਾਰ ਦੇ ਵਿੱਚ ਤਾਂ ਤਜਰਬਾ ਨਹੀਂ ਹੈ ਨਾ। ਤਾਂ ਜਿਹੜੇ ਪਹਿਲਾਂ ਵੀ ਰਹੇ ਨੇ, ਸਪੋਜ਼ ਸਾਧੂ ਸਿੰਘ ਧਰਮਸੋਤ ਪਾ ਗਏ ਤਾਂ ਉਹ ਵੀ ਪਹਿਲੀ ਵਾਰੀ ਵੀ ਮੰਤਰੀ ਬਣੇ ਸੀਗੇ। ਮਤਲਬ ਉਸ ਪਿਛਲੀ ਗਵਰਨਮੈਂਟ ਵੇਲੇ ਤਾਂ ਉਹ ਮੰਤਰੀ ਨਹੀਂ ਸੀਗੇ, ਮੰਤਰੀ ਤਾਂ ਫਸਟ ਟਾਈਮ ਹੀ ਬਣੇ ਸੀ। ਤਾਂ ਫਸਟ ਟਾਈਮ ਮੰਤਰੀ ਬਣਦੇ ਸਾਰੀ ਉਹਨਾਂ ਨੇ ਜਿਹੜੀ ਹੱਥ ਪਾਇਆ ਮਤਲਬ ਕਰਪਸ਼ਨ ਨੂੰ, ਮਤਲਬ ਉਹਨਾਂ ਨੇ ਕਿਹਾ ਵੀ ਚਲੋ ਸਾਰਾ ਕੁਛ। ਹਾਂ, ਤਾਂ ਉਹਦੇ 'ਚ ਮੈਨੂੰ ਨਹੀਂ ਲੱਗਦਾ ਕਿ ਵੀ ਬਿਊਰੋਕਰੈਟਸ ਦਾ ਕੋਈ ਹੱਥ ਨਹੀਂ ਹੋਊਗਾ, ਬਿਊਰੋਕਰੈਟਸ ਦਾ ਵੀ ਹੱਥ ਹੋਊਗਾ। ਇਹ ਹਜੇ ਤੱਕ ਮੈਨੂੰ ਲੱਗਦਾ ਕਿ ਬਿਲਕੁਲ ਵੀ ਇਸ ਪਹਿਲੂ ਦੇ ਉੱਤੇ ਜਾਂਚ ਨਹੀਂ ਹੋ ਰਹੀ। ਤਾਂ ਇਸ ਮਾਮਲੇ 'ਚ ਜਿਹੜੀ ਹੁਣ ਹੋਈ ਹੈ, ਇਹ 'ਚ ਸਭ ਤੋਂ ਅੱਛੀ ਗੱਲ ਇਹ ਹੈ ਕਿ ਕਿਸੇ ਬਿਊਰੋਕਰੈਟ ਨੂੰ ਹੱਥ ਪਾਇਆ, ਪਹਿਲੀ ਵਾਰ ਕਿਸੇ IAS ਅਫਸਰ ਨੂੰ ਹੱਥ ਪਾਇਆ, ਉਹ ਵੀ ਸੀਨੀਅਰ, ਕੋਈ ਮਤਲਬ ਜੂਨੀਅਰ IAS ਅਫਸਰ ਨਹੀਂ ਹੈ। ਪਹਿਲਾਂ PCS ਬਹੁਤ ਟਾਈਮ 'ਚ ਰਹੇ ਆ ਉਹ, ਤੇ ਪਰ ਹੁਣ 2008 ਬੈਚ 'ਤੇ IAS ਅਫਸਰ ਹੈ। ਤਾਂ ਤੁਸੀਂ ਦੇਖ ਲਓ ਵੀ 14 ਸਾਲ ਦਾ ਸਰਵਿਸ ਦਾ ਹੀ ਹੋ ਗਿਆ, ਮਤਲਬ IAS ਦੀ ਉਹਨਾਂ ਨੂੰ ਜਿਹੜਾ ਮਿਲਿਆ, ਮਤਲਬ ਬੈਚ ਮਿਲਿਆ।
ਤਾਂ ਉਹਦੇ ਵਿੱਚ ਮੈਨੂੰ ਇਹ ਲੱਗਦਾ ਵੀ ਇਹ ਇੱਕ ਮੈਸੇਜ ਵੀ ਦੇਣਾ ਉਹਨਾਂ ਦਾ ਮਤਲਬ ਸਰਕਾਰ ਦਾ ਇੱਕ ਅੱਛਾ ਕਦਮ ਹੈ ਕਿ ਇੱਕ ਮੈਸੇਜ ਗਿਆ ਹੈ। ਉਹਦੇ ਵਿੱਚ ਸਭ ਤੋਂ ਇੰਟਰਸਟਿੰਗ ਗੱਲ ਇਹ ਹੈਗੀ ਹੈ ਕਿ ਅੱਜ ਤੁਸੀਂ ਦੇਖੋ ਵੀ ਕੋਈ ਵੀ ਜਿਹੜੇ ਮਤਲਬ ਇਸ ਟਾਈਮ ਇਨ ਸਰਵਿਸ IAS ਨੇ ਕੋਈ ਵੀ ਤੁਹਾਨੂੰ ਗੱਲ ਨਹੀਂ ਕਰ ਰਿਹਾ, ਸਭ ਚੁੱਪ ਬੈਠੇ ਆ। ਮਤਲਬ ਜਿਹੜੇ ਤੁਹਾਡੇ ਦੋਸਤ ਮਿੱਤਰ ਨੇ ਉਹ ਜ਼ਰੂਰ ਕਹਿ ਦਿੰਦੇ ਆ ਕਿ ਯਾਰ ਸਾਡੇ ਕਾਡਰ ਨੂੰ ਬਦਨਾਮ ਫੋਨ ਤੋਂ ਬਚਦੇ ਆ, ਹਾਂ ਫੋਨ ਤੋਂ ਬਚ ਰਹੇ ਨੇ, ਜਾਂ ਮਤਲਬ ਕਿ ਮੈਸੇਜ ਜ਼ਰੂਰ ਕਰ ਦਿੰਦੇ ਨੇ ਲੇਕਿਨ ਇਸ 'ਤੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ। ਹਾਲਾਂਕਿ ਉਹਨਾਂ ਕੋਲੇ ਇਹਨਾਂ ਬਾਰੇ ਬਹੁਤ ਜਾਣਕਾਰੀਆਂ ਨੇ ਪਰ ਕੋਈ ਨਹੀਂ ਕਰਨਾ ਚਾਹੁੰਦਾ। ਅਜੇ ਤੱਕ ਸਿਰਫ ਇੱਕੋ ਹੀ IAS ਨੇ ਮੈਂ ਜੋ ਦੇਖਿਆ ਵੀ ਉਹਨੇ ਖੁੱਲ੍ਹ ਕੇ ਜੋ ਗੱਲ ਕੀਤੀ ਹੈਗੀ ਹੈ ਉਹ ਤਿਲਕਰਾਜ ਸਾਰੰਗਲ ਨੇ ਕੀਤੀ ਹੈ। ਉਹਨਾਂ ਨੇ ਇੱਕ ਫੇਸਬੁੱਕ ਦੇ ਉੱਤੇ ਇਸ ਦੇ ਉੱਤੇ ਹੀ ਇੱਕ ਪਾਇਆ ਹੈ ਕਿ ਇਹ ਕੰਮ ਤਾਂ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ। ਮੈਨੂੰ ਹੈਰਾਨੀ ਹੈ ਵੀ ਇਸ ਅਫਸਰ ਦੇ ਉੱਤੇ ਇੰਨੀ ਦੇਰ ਕਿਵੇਂ ਲੱਗੀ ਵੀ ਇਹ ਤਾਂ ਅਫਸਰ ਕਿਸੇ ਵੀ ਪੋਸਟ ਲਈ ਮਤਲਬ ਡਿਜ਼ਰਵ ਹੀ ਨਹੀਂ ਕਰਦਾ ਔਰ ਇਹ IAS ਲਈ ਉਹ ਡਿਜ਼ਰਵ ਨਹੀਂ ਕਰਦਾ। ਮਤਲਬ ਇਹ ਸਾਰੀਆਂ ਚੀਜ਼ਾਂ ਉਹਨਾਂ ਨੇ ਇੱਕ ਫੇਸਬੁੱਕ ਤੇ ਪਬਲਿਕਲੀ ਲਿਖਿਆ ਇਹ ਚੀਜ਼ ਨੂੰ, ਤੇ ਇਹ ਵੀ ਇੱਕ ਵੱਡੀ ਗੱਲ ਹੈਗੀ ਹੈ। ਮੈਨੂੰ ਲੱਗਦਾ ਕਿ ਜਿਹੜਾ ਉਹਨਾਂ ਨੇ ਖੁਦ IAS ਹੋ ਕੇ ਕਿਸੇ IAS ਬਾਰੇ ਇਸ ਤਰ੍ਹਾਂ ਦਾ ਉਹਨਾਂ ਨੇ ਲਿਖਿਆ ਹੈਗਾ। ਇੰਦਰਪ੍ਰੀਤ ਜੀ, ਤੁਸੀਂ ਸੈਕਟਰੀਏਟ ਲਗਾਤਾਰ ਜਾਂਦੇ ਹੋ, ਅਫਸਰਾਂ ਨਾਲ ਵਾਸਤਾ ਪੈਂਦਾ ਹੈ, ਖਬਰਾਂ ਲਈ ਆਪਾਂ ਨੂੰ ਮਿਲਣਾ ਪੈਂਦਾ ਸਰ, ਕੀ ਪਹਿਲਾਂ ਦੇ ਬਦਲੇ ਇਹੋ ਜਿਹਾ ਮਾਹੌਲ ਹੈਗਾ ਕਿ ਹੁਣ ਅਫਸਰਸ਼ਾਹੀ ਕੋਈ ਕੰਮ ਕਰਨ ਤੋਂ ਹੀ ਬਚ ਰਹੀ ਹੈ ਕਿ ਨਾ ਹੀ ਕਰੀਏ, ਕੱਲ੍ਹ ਨੂੰ ਪੰਗਾ ਨਾ ਪੈ ਜਾਵੇ, ਸਰਕਾਰ ਤੰਗ ਕਰਦੀ ਹੈ? ਬਿਲਕੁਲ ਇਸ ਤਰ੍ਹਾਂ ਦਾ, ਕਿਉਂਕਿ ਥੱਲਿਓਂ ਮੈਨੂੰ ਜ਼ਿਲ੍ਹਾ ਹੈੱਡਕੁਆਟਰਾਂ ਤੋਂ ਇਹੋ ਜਿਹੀਆਂ ਖਬਰਾਂ ਆ ਰਹੀਆਂ ਕਿ ਉੱਥੇ ਥੱਲੇ ਵਾਲੇ ਅਧਿਕਾਰੀ ਕਹਿੰਦੇ ਕਿ ਦਫ਼ਤਰ ਟਾਈਮ 'ਤੇ ਆਉਣਾ, ਟਾਈਮ 'ਤੇ ਜਾਣਾ, ਹਾਜ਼ਰੀ ਪੂਰੀ ਰੱਖਣੀ ਹੈ, ਸੀਟ ਛੱਡਣੀ ਨਹੀਂ ਗੱਲ ਹੀ, ਪਰ ਕੰਮ ਨਹੀਂ ਕਰ ਸਕਦੇ ਕਿਉਂਕਿ ਪਤਾ ਨਹੀਂ ਸਰਕਾਰ ਨੇ ਕਿੱਥੇ ਫਸਾ ਲੈਣਾ। ਦੇਖੋ ਇਹੀ ਹਾਲਤ ਇੱਥੇ ਵੀ ਇਹ ਚੀਜ਼ਾਂ ਨਾ ਮਤਲਬ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ। ਇਹਨਾਂ ਚੀਜ਼ਾਂ ਦਾ ਇੱਕ ਜਿਹੜਾ ਨੈਗੇਟਿਵ ਪਹਿਲੂ ਹੈ, ਨੈਗੇਟਿਵ ਪਹਿਲੂ ਹੈ ਕਿ ਭ੍ਰਸ਼ਟਾਚਾਰ ਨੂੰ ਨਕੇਲ ਪੈ ਰਹੀ ਹੈ। ਇੱਕ ਨੈਗੇਟਿਵ ਪਹਿਲੂ ਇਹ ਹੁੰਦਾ ਹੈ ਵੀ ਜਦੋਂ ਤੁਸੀਂ ਇਸ ਤਰ੍ਹਾਂ ਦੇ ਕੰਮ ਕਰਦੇ ਹੋ ਤਾਂ ਜਿਹੜੀ ਅਫਸਰਸ਼ਾਹੀ ਹੈਗੀ ਹੈ ਉਹ ਆਪਣੇ ਹੱਥ ਪਿੱਛੇ ਖਿੱਚ ਲੈਂਦੀ ਹੈ। ਮਤਲਬ ਉਹ ਕੋਈ ਵੀ ਆਪਣੇ ਤੌਰ ਤੇ ਕੁਝ ਨਹੀਂ ਕਰੂਗੀ। ਸਪੋਜ਼ ਜਿਵੇਂ ਹੁਣ ਇਹਨਾਂ ਨੇ ਕਿਹਾ ਜਿਵੇਂ ਐਕਸਾਈਜ਼ ਦੀ ਪਾਲਿਸੀ ਚੇਂਜ ਕਰਤੀ, ਠੀਕ, ਹੁਣ ਉਹ ਜਿਹੜੀਆਂ ਸਰਕਾਰਾਂ ਪਹਿਲਾਂ ਨੇ ਮੰਨ ਲਓ ਉਹ ਕੱਲ੍ਹ ਨੂੰ ਸਰਕਾਰਾਂ ਬਦਲ ਜਾਂਦੀਆਂ ਨੇ, ਉਹ ਕੱਲ੍ਹ ਨੂੰ ਇਹ ਕੱਢ ਸਕਦੀਆਂ ਨੇ ਵੀ ਤੁਸੀਂ ਐਕਸਾਈਜ਼ ਪਾਲਿਸੀ ਚੇਂਜ ਕੀਤੀ, ਚਲੋ ਜੀ ਹਰਪਾਲ ਜੀ ਮੈਨੂੰ ਅੰਦਰ ਕਰੋ ਕਿਸੇ ਤਰ੍ਹਾਂ, ਠੀਕ ਹੈ ਨਾ। ਜਿਵੇਂ ਇਹ ਕਰ ਰਹੇ ਵੀ ਤੁਸੀਂ ਮੰਨ ਲਓ ਇਹਨੂੰ ਜਿਹੜੇ ਆਪਣੇ ਤ੍ਰਿਪਤ ਰਜਿੰਦਰ ਬਾਜਵਾ ਹੈਗੇ ਆ ਉਹਨਾਂ ਨੇ ਅਗਰ ਮੰਨ ਲਓ ਆਪਣੇ ਡਿਪਾਰਟਮੈਂਟ ਦੀ ਕੋਈ ਪਾਲਿਸੀ ਚੇਂਜ ਕੀਤੀ ਹੈ ਔਰ ਚੇਂਜ ਕਰਕੇ ਆਪਣੇ ਚਾਹੇ ਉਹਨੂੰ ਫਾਇਦਾ ਹੋਵੇ ਡਿਪਾਰਟਮੈਂਟ ਨੂੰ ਜਾਂ ਨਾ ਹੋਇਆ ਹੋਵੇ, ਉਹ ਉਹਨਾਂ ਦਾ ਇੱਕ ਤਜਰਬਾ ਸੀ, ਉਹਨਾਂ ਨੇ ਜੋ ਕਰਤਾ, ਤੁਸੀਂ ਉਸ ਨੂੰ ਆਧਾਰ ਬਣਾ ਕੇ ਇਹ ਕਹੋ ਵੀ ਜੀ ਨਹੀਂ ਇਹ ਪਾਲਿਸੀ ਤਾਂ ਇੱਦਾਂ ਨਹੀਂ ਸੀ, ਇੱਦਾਂ ਹੁੰਦੀ ਸੀ, ਇਹ ਮੰਤਰੀ ਨੇ ਚੇਂਜ ਕੀਤੀ ਇਸ ਕਰਕੇ ਮੰਤਰੀ ਨੂੰ ਅਸੀਂ ਅੰਦਰ ਕਰਾਂਗੇ। ਤਾਂ ਮੈਨੂੰ ਲੱਗਦਾ ਵੀ ਇਹ ਚੀਜ਼ਾਂ ਜਿਹੜੀਆਂ ਨੇ ਇਹ ਤਾਂ ਕਦੋਂ ਵੀ ਫਿਰ ਖੁੱਲ੍ਹ ਸਕਦੀਆਂ ਨੇ। ਬਿਊਰੋਕ੍ਰੇਸੀ ਜਿਹੜੀ ਹੁੰਦੀ ਹੈ ਫਿਰ ਉਹ ਇਹਨਾਂ ਚੀਜ਼ਾਂ ਤੋਂ ਡਰਦੀ ਹੈ। ਸਪੋਜ਼ ਅੱਜ ਕੋਈ ਮੰਤਰੀ ਜਾਂ ਬਿਊਰੋਕਰੇਟ ਇਸ ਤਰ੍ਹਾਂ ਦੀ ਕੋਈ ਚੀਜ਼ ਕਰੂਗਾ, ਉਹਨੂੰ ਕਹੂਗਾ ਕਿ ਨਹੀਂ ਯਾਰ ਵੀ ਪਹਿਲਾਂ ਕੰਮ ਠੀਕ ਨਹੀਂ ਹੋ ਰਹੇ, ਆਪਾਂ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰਨਾ, ਤਾਂ ਕੱਲ੍ਹ ਨੂੰ ਨਵੀਂ ਗਵਰਨਮੈਂਟ ਜਿਹੜੀ ਵੀ ਆਊਗੀ ਉਹ ਇਸ ਨੂੰ ਉਹ ਆਧਾਰ ਬਣਾ ਲੇਗੀ। ਤਾਂ ਉਹਦੇ ਵਿੱਚ ਮੈਨੂੰ ਲੱਗਦਾ ਵੀ ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਇਹ ਗੱਲ ਬਿਲਕੁਲ ਠੀਕ ਹੈ ਕਿ ਸੈਕਟਰੀਏਟ 'ਚ ਵੀ ਇਹ ਚੀਜ਼ਾਂ ਦੇਖਣ ਨੂੰ ਆ ਰਹੀਆਂ ਨੇ ਕਿ ਮਤਲਬ ਜਿੰਨੇ ਅਫਸਰ ਪਹਿਲਾਂ ਪੁਸ਼ਿੰਗ ਸੀਗੇ, ਮਤਲਬ ਭੱਜ ਕੇ ਕੰਮ ਕਰ ਰਹੇ ਸੀ, ਚਾਹੇ ਉਹਦੇ ਵਿੱਚ ਮਤਲਬ ਇਹ ਵੀ ਰਿਹਾ ਹੋਵੇ ਵੀ ਯਾਰ ਮਿਲਣਗੇ, ਪਰ ਫਿਰ ਵੀ ਕੰਮ ਹੋ ਰਹੇ ਸੀਗੇ, ਕੰਮ ਬਹੁਤ ਤੇਜ਼ੀ ਨਾਲ ਹੋ ਰਹੇ ਸੀਗੇ। ਹੁਣ ਮਲਾਈ ਵੀ ਨਹੀਂ ਖਾਣ ਨੂੰ ਮਿਲ ਰਹੀ ਪਰ ਕੰਮ ਵੀ ਨਹੀਂ ਕਰ ਰਹੇ, ਕੰਮ ਵੀ ਨਹੀਂ ਹੋ ਰਹੇ। ਹੁਣ ਕੰਮ ਦੀ ਜਿਹੜੀ ਪ੍ਰੋਸੈਸ ਹੈ ਨਾ ਉਹ ਬੜਾ ਸਲੋ ਹੋ ਗਿਆ। ਤਾਂ ਮੈਨੂੰ ਲੱਗਦਾ ਵੀ ਉੱਥੇ ਇਹ ਸਰਕਾਰ ਦਾ ਇੱਕ ਨੈਗੇਟਿਵ ਵੀ ਉਹ ਜਾਊਗਾ, ਇਮੇਜ ਨੈਗੇਟਿਵ ਵੀ ਬਣੂਗੀ ਕਿਉਂਕਿ ਇਸ ਸਰਕਾਰ ਨੂੰ ਜਿੰਨੀ ਲੋਕਾਂ ਨੇ ਤੁਸੀਂ ਇਹ ਕਹਿ ਦਿਓ ਨਾ ਵੀ ਜਿੰਨਾ ਮੈਂਡੇਟ ਦਿੱਤਾ ਕੰਮ ਕਰਨ ਲਈ ਦਿੱਤਾ ਔਰ ਲੋਕ ਬਹੁਤ ਕਾਲੇ ਨੇ ਕਿ ਹੋ ਜਾਣ ਅੱਜ ਹੀ ਹੋ ਜਾਣ, ਮਤਲਬ ਲੇਕਿਨ ਕੰਮ ਕਈ ਵਾਰੀ ਇੰਨੇ ਜਲਦੀ ਨਹੀਂ ਹੁੰਦੇ ਕੰਮ ਤਾਂ ਉਹਨਾਂ ਨੂੰ ਤਾਂ ਟਾਈਮ ਲੱਗਦਾ, ਪ੍ਰਕਿਰਿਆਵਾਂ ਹੁੰਦੀਆਂ ਨੇ, ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਕਾਨੂੰਨ ਨੇ, ਨਿਯਮ ਨੇ, ਕਾਇਦੇ ਨੇ, ਸਭ ਕੁਝ ਹੈ। ਉਹਨਾਂ ਦੇ ਵਿੱਚੋਂ ਜਦੋਂ ਨਿਕਲਦੇ ਹੋ ਤੁਸੀਂ ਤਾਂ ਉਹਨਾਂ ਟਾਈਮ ਲੱਗਦਾ ਹੈ ਪਰ ਲੋਕ ਵਿਸ਼ਵਾਸ ਨਹੀਂ ਕਰ ਰਹੇ, ਲੋਕ ਕਾਲੀ ਨੇ। ਲੋਕ ਕਾਲੀ 'ਚ ਨੇ। ਇਸੇ ਕਰਕੇ ਤੁਸੀਂ ਦੇਖਿਆ ਹੋਣਾ ਵੀ ਜਿਹੜੀ ਸੰਗਰੂਰ ਲੋਕ ਸਭਾ ਇਲੈਕਸ਼ਨ ਚੱਲ ਰਹੀ ਹੈ ਉਹਦੇ ਵਿੱਚ ਸਰਕਾਰ ਨੂੰ ਸਭ ਤੋਂ ਜ਼ਿਆਦਾ ਇਹੀ ਚੀਜ਼ ਫੇਸ ਕਰਨੀ ਪੈ ਰਹੀ ਹੈ। ਕਿਉਂ ਨਹੀਂ ਕੀਤਾ ਅਗਲੇ ਭਾਈ 3 ਮਹੀਨੇ ਹੋਏ, 3 ਸਾਲ ਥੋੜਾ ਹੋਏ। ਬਿਲਕੁਲ ਤੁਸੀਂ ਦੇਖੋ ਨਾ ਵੀ 3 ਮਹੀਨੇ 'ਚ ਮੈਨੂੰ ਤਾਂ ਨਹੀਂ ਲੱਗਦਾ ਵੀ ਕੋਈ 3 ਮਹੀਨੇ 'ਚ ਕੋਈ ਇਹੋ ਜਿਹਾ ਕੰਮ ਭਗਵੰਤ ਮਾਨ ਨੇ ਹਜੇ ਤੱਕ ਕੀਤਾ ਹੈ ਜਿਹਦੇ 'ਚ ਤੁਸੀਂ ਐਂ ਕਹੋ ਵੀ ਯਾਰ ਇਹ ਤਾਂ ਬਹੁਤ ਹੀ ਮਾੜਾ ਕੰਮ ਕੀਤਾ।
ਮਤਲਬ ਇਹ ਤਾਂ ਕੰਮ ਕਰਨਾ ਹੀ ਨਹੀਂ। 3 ਸਾਲ ਥੋੜਾ ਹੋ ਗਿਆ ਜਿਹੜਾ ਹੁਣ ਅਸੀਂ ਰਿਪੋਰਟ ਕਾਰਡ ਮੰਗ ਲਈਏ। ਇੰਨਾ ਤਾਂ ਉਹ ਵੀ ਫਸਟ ਟਾਈਮਰ ਹੈ, ਮਤਲਬ ਉਹਨੇ ਤਾਂ ਕਦੀ ਮੰਤਰੀ ਵੀ ਨਹੀਂ ਬਣ ਕੇ ਦੇਖਿਆ, ਉਹ ਸਿੱਧਾ ਚੀਫ ਮਿਨਿਸਟਰ ਬਣਿਆ। ਉਹਦੇ ਸਾਰੇ ਮੰਤਰੀ ਵੀ ਪਹਿਲੀ ਵਾਰ ਦੇ ਮੰਤਰੀ ਨੇ। ਮੈਨੂੰ ਲੱਗਦਾ ਵੀ ਐਟਲੀਸਟ ਸਾਨੂੰ ਟਾਈਮ ਤਾਂ ਕੁਝ ਦੇਣਾ ਹੀ ਚਾਹੀਦਾ ਨਾ, 6 ਮਹੀਨੇ ਸਾਲ ਦਾ ਘੱਟੋ ਘੱਟ ਦੇਣਾ ਚਾਹੀਦਾ। ਇੰਦਰਪ੍ਰੀਤ, ਤੁਸੀਂ ਸ਼ੁਰੂ ਜਿਹੜੀ ਗੱਲ ਕਹੀ ਸੀ ਕਿ ਸਾਰੇ ਅਫਸਰ ਇਮਾਨਦਾਰ ਨਹੀਂ ਹੁੰਦੇ ਔਰ ਸਾਰੇ ਠੱਗ ਵੀ ਨਹੀਂ ਹੁੰਦੇ ਜੀ, ਪਰ ਆਹ ਜਿਹੜਾ ਹੁਣ ਕੰਮ ਰੁਕਣ ਵਾਲਾ ਮਸਲਾ ਹੈ, ਕੀ ਇਸੇ ਰੋਸੇ ਚੋਂ ਗੱਲ ਨਿਕਲੀ ਹੈ ਜਾਂ ਕੀ ਚੋਂ ਨਿਕਲੀ? ਜਦੋਂ ਭਗਵੰਤ ਮਾਨ ਉਹਨਾਂ ਨੇ ਕਿਹਾ ਕਿ ਅੱਜ ਕੱਲ੍ਹ ਸਰਕਾਰੀ ਮੁਲਾਜ਼ਮ ਹੁਣ ਆਪਣੀ ਤਨਖਾਹ ਗਿਣਨ ਲੱਗੇ ਨੇ, ਪਹਿਲਾਂ ਉਹਨਾਂ ਨੂੰ ਤਨਖਾਹ ਗਿਣਨੀ ਹੋਣੀ ਪੈਂਦੀ ਸੀ, ਲੋੜ ਹੀ ਨਹੀਂ ਪੈਂਦੀ ਕਿ ਕੀ ਇਹਦੇ ਨਾਲ ਕਹਿ ਕੇ ਉਹਨਾਂ ਨੇ ਸਾਰਿਆਂ ਨੂੰ ਭ੍ਰਿਸ਼ਟਾਚਾਰੀ ਦੇ ਲਿਆ ਕੇ ਖੜਾ ਕਰਤਾ, ਜਾਂ ਹੁਣ ਇਹ ਸਿਸਟਮ ਨੂੰ ਦੇਖ ਕੇ ਕਿ ਅਫਸਰ ਕੰਮ ਹੀ ਨਹੀਂ ਕਰ ਰਹੇ ਤਾਂ ਉਹਨਾਂ ਨੂੰ ਇਹ ਗੱਲ ਕਹਿਣੀ ਪਈ? ਨਹੀਂ, ਉਹ ਵੈਸੇ ਤਾਂ ਉਹਨਾਂ ਦਾ ਮੇਨ ਤਾਂ ਉਹ ਹੈ ਵੀ ਜਿਹੜਾ ਉਹਨਾਂ ਦਾ ਬਿਆਨ ਹੈ ਉਹ ਇੱਕੋ ਤਰਾਜੂ 'ਚ ਸਾਰਿਆਂ ਨੂੰ ਤੋਲਣ ਵਾਲਾ ਹੈ। ਉਹ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦਾ ਨਹੀਂ ਕਰਨਾ ਚਾਹੀਦਾ। ਦੇਖੋ, ਸਾਰੇ ਪਹਿਲਾਂ ਵੀ ਕਰਪਟ ਨਹੀਂ ਸੀਗੇ ਤੇ ਸਾਰੇ ਹੁਣ ਵੀ ਕੋਈ ਇਮਾਨਦਾਰ ਨਹੀਂ ਹੋ ਗਏ। ਇਹ ਵੀ ਜੇ ਆਪਾਂ ਕਹੀਏ ਕਿ ਵੀ ਸਾਰੇ ਇਮਾਨਦਾਰ ਹੋ ਗਏ ਤਾਂ ਇਹ ਵੀ ਸਾਡਾ ਇੱਕ ਮੁਗਾਲਤਾ ਹੀ ਹੋਊਗਾ। ਹਾਂ, ਇਹ ਐਵੇਂ ਅਸੀਂ ਮੁਗਾਲਤੇ 'ਚ ਸਾਨੂੰ ਨਹੀਂ ਰਹਿਣਾ ਚਾਹੀਦਾ। ਮੈਨੂੰ ਇਹ ਲੱਗ ਰਿਹਾ ਕਿ ਵੀ ਜਿੱਥੇ ਮਤਲਬ ਕੰਮ ਕਰਨ ਲਈ ਇੱਕ ਬੱਝਵੇਂ ਜਿਹੇ ਪੈਸੇ ਆਉਂਦੇ ਨੇ ਨਾ, ਉਹ ਵਾਲਾ ਸਿਸਟਮ ਤਾਂ ਹਜੇ ਵੀ ਉਸੇ ਤਰ੍ਹਾਂ ਇਨ ਪਲੇਸ ਹੈ। ਅੱਛਾ, ਜਿਹੜਾ ਸਪੋਜ਼ ਕਿ ਜਿਵੇਂ ਕੋਟੇ ਲੱਗੇ ਹੋਏ ਨੇ, ਜਿਹੜੇ ਕੋਟੇ ਨੇ, ਜਿਵੇਂ ਕਿਸੇ ਕੰਮ ਦਾ ਕੋਈ ਹੈ, ਕੋਈ ਟੈਂਡਰ ਗਿਆ, ਜਾਂ ਤਾਂ ਹਜੇ ਤੱਕ ਗਵਰਨਮੈਂਟ ਨੇ ਦਿਖਾਇਆ ਹੁੰਦਾ ਨਾ ਕਿ ਜੀ ਫਲਾਣਾ ਟੈਂਡਰ ਪਹਿਲਾਂ 100 ਰੁਪਏ ਦਾ ਗਿਆ ਸੀ ਕਿਸੇ ਕੰਮ ਦਾ, ਉਹ ਹੁਣ 70 ਰੁਪਏ ਦਾ ਜਾ ਰਿਹਾ। ਕਿਉਂਕਿ ਇੱਕ ਚੀਜ਼ ਤਾਂ ਬਹੁਤ ਮਹਿਕਮੇ ਚ ਕਲੈਰਿਟੀ ਹੈ ਕਿ ਖਾਸ ਤੌਰ ਤੇ ਜਿੰਨੇ ਵੀ ਮਹਿਕਮੇ ਵਰਕਸ ਵਾਲੇ ਨੇ, ਮਤਲਬ ਜਿੱਥੇ ਡਿਵੈਲਪਮੈਂਟ ਦੇ ਕੰਮ ਹੁੰਦੇ ਨੇ, ਉਹ ਤਾਂ ਇੱਕ ਕਲੈਰਿਟੀ 'ਚ ਬਹੁਤ ਚੀਜ਼ ਹੈਗੀ ਹੈ ਵੀ 30% ਦਾ ਜਿਹੜਾ ਹੈਗਾ ਉਹ ਸਿੱਧਾ ਜਿਹੜਾ ਹੈਗਾ ਅਫਸਰਾਂ ਦੀ, ਮੰਤਰੀਆਂ ਦੀ, ਕਰਮਚਾਰੀਆਂ ਦੀ ਜੇਬਾਂ 'ਚ ਜਾਂਦਾ ਹੈ। ਉਹ ਸਿੱਧਾ ਇੱਕ ਫਿਕਸ ਬਣਿਆ ਹੋਇਆ, ਕਿਸੇ ਦਾ 1%, ਕਿਸੇ ਦਾ 2%, ਇਸ ਤਰ੍ਹਾਂ ਸਾਰੇ ਬਣੇ। ਹੁਣ ਤੁਸੀਂ ਇਹਦਾ ਹੀ ਦਿਖਾਓ, ਹੁਣ ਇਹ 7 ਕਰੋੜ 30 ਲੱਖ ਰੁਪਏ ਦੀ ਪੇਮੈਂਟ ਕਰਨ ਲਈ ਉਹ ਕਹਿ ਰਿਹਾ ਜੀ ਮੈਨੂੰ 10% ਦਿਓ, ਨਾ ਸੌਰੀ 7% ਦਿਓ। ਹੁਣ ਦੇਖੋ ਨਾ ਵੀ ਤੁਸੀਂ ਉਸ ਤੋਂ 7% ਮੰਗ ਰਹੇ ਹੋ ਕਿ 50 ਲੱਖ ਰੁਪਇਆ ਮੰਗ ਰਹੇ ਹੋ, ਤਾਂ ਇਹ ਕੋਈ ਮਤਲਬ ਕਿਸੇ ਕੰਮ 'ਚ ਕੀ ਐਡਾ ਇੰਨਾ ਪ੍ਰੋਫਿਟ ਹੈ ਵੀ ਮਤਲਬ ਤੁਸੀਂ ਇੰਨਾ ਦੇਣ ਤੋਂ ਕੰਮ ਵੀ ਕਰਨ ਵਾਲੇ ਉਹਨੇ ਆਪਣਾ ਵੀ ਚਾਹਣਾ ਕੁਛ। ਹਾਂ, ਮਤਲਬ ਤੁਸੀਂ ਦੇਖੋ ਵੀ ਜਿਹੜਾ ਤੁਹਾਡੇ ਰੇਟਸ ਨੇ, ਜਿਹੜੇ ਸ਼ਡਿਊਲ ਰੇਟਸ ਹੁੰਦੇ ਨੇ, ਉਹ ਗਵਰਨਮੈਂਟਾਂ ਦਿੰਦੀਆਂ ਨੇ ਵੀ ਆਹ ਸਾਡੇ ਸ਼ਡਿਊਲ ਰੇਟ ਨੇ, ਇਸ ਸਾਲ ਦੇ ਆਹ ਸ਼ਡਿਊਲ ਰੇਟ ਹੈ। ਉਹਦੇ 'ਚ ਕੱਲੀ ਚੀਜ਼ ਦਾ ਵੇਰਵਾ ਹੁੰਦਾ ਹੈ, ਲੇਬਰ ਕਿੰਨੀ ਹੋਏਗੀ, ਸੀਮੈਂਟ ਕਿੰਨਾ ਹੋਏਗਾ, ਲੋਹਾ ਕਿੰਨਾ ਹੋਏਗਾ, ਹੈ ਨਾ, ਉਹਦੀ ਇੱਧਰ ਕਮਿਸ਼ਨ ਉਧਰ ਕਟੌਤੀ ਹੋ ਜਾਣੀ ਹੈ। ਤਾਂ ਫਿਰ ਤੁਸੀਂ ਦੇਖੋ ਜਦੋਂ ਇਹ ਸਾਰੀਆਂ ਚੀਜ਼ਾਂ ਆਲਰੇਡੀ ਇਨ ਪਲੇਸ ਨੇ ਤਾਂ ਉਹਦੇ ਵਿੱਚ ਤੁਸੀਂ ਕਹੀ ਜਾ ਰਹੇ ਹੋ ਵੀ ਇਹ ਕੰਮ ਦੇ ਵਿੱਚੋਂ 7 ਕਰੋੜ ਰੁਪਏ ਤਾਂ 7.5 ਕਰੋੜ ਦਾ ਕੰਮ ਹੈ, ਤਾਂ ਉਹਦੇ 'ਚੋਂ 7% ਤੁਹਾਨੂੰ ਚਾਹੀਦਾ ਹੈ ਇਕੱਲੇ ਨੂੰ। ਇਹਦਾ ਮਤਲਬ ਥੱਲੇ ਵੀ ਤਾਂ ਜਿਹੜੇ 7.5% ਤੁਹਾਡਾ ਹੈ, ਤਾਂ ਫਿਰ ਅਕਾਊਂਟੈਂਟ ਕਿਉਂ ਨਹੀਂ ਮੰਗੇਗਾ? ਫਿਰ ਉਹ ਜਿਹੜਾ ਤੁਹਾਡੇ ਸੰਜੀਵ ਬਸ ਜਿਹੜਾ ਇੱਕ ਨਾਲ ਹੋਰ ਫਸਿਆ ਉਹ ਕਿਉਂ ਨਹੀਂ ਲਏਗਾ? ਜਾਂ ਉਦੋਂ ਥੱਲੇ ਜਿਹੜੇ ਹੋਰ ਨੇ ਉਹ ਕਿਉਂ ਨਹੀਂ ਮੰਗਣਗੇ? ਫਿਰ ਤੁਹਾਡੇ ਉੱਪਰ ਮੰਤਰੀ ਨੇ ਉਹ ਕਿਉਂ ਨਹੀਂ ਮੰਗਣਗੇ? ਤਾਂ ਇਹ ਮੈਨੂੰ ਲੱਗਦਾ ਵੀ ਜਿਹੜਾ ਇਹ ਇੱਕ ਜਿਹੜੇ ਫਿਕਸ ਜੇ ਕੰਮ ਨੇ ਉਹ ਤਾਂ ਹਜੇ ਵੀ ਇਨ ਪਲੇਸ ਨੇ। ਹਾਂ, ਬਹੁਤ ਸਾਰੀਆਂ ਚੀਜ਼ਾਂ ਇਸ 'ਤੇ ਰਹਿ ਗਈਆਂ ਵੀ ਜਿਹੜਾ ਆਪਾਂ ਖੁੱਲ੍ਹੇਆਮ ਪਹਿਲਾਂ ਕਰ ਰਹੇ ਸੀ ਵੀ ਜਿਵੇਂ ਤੁਸੀਂ ਐਂ ਕਹਿ ਸਕਦੇ ਹੋ ਵੀ ਰੇਤੇ ਦੇ ਮਾਮਲੇ 'ਚ ਜਿਹੜੀਆਂ ਖੱਡਾਂ ਹੈ ਹੀ ਨਹੀਂ ਸੀ, ਤੁਸੀਂ ਕਹੋ ਜੀ ਬੇਸ ਤੋਂ ਕੱਢੋ ਯਾਰ ਖੱਡਾ, ਜਿੰਨਾ ਮਰਜ਼ੀ ਲਓ ਚੱਕੋ, ਕੋਈ ਤੁਹਾਨੂੰ ਪੁੱਛਣਾ ਨਹੀਂ। ਉਹ ਹਜੇ ਰੋਕ ਹੈ, ਇਸੇ ਕਰਕੇ ਮਤਲਬ ਉਹਦੇ ਰੇਟਸ ਜਿਹੜੇ ਹੈਗੇ ਆ ਉਹ ਇਨਕਰੀਜ਼ ਹੋ ਗਏ ਆ। ਤਾਂ ਇਸ ਤਰ੍ਹਾਂ ਹੀ ਬਾਕੀ ਤਾਂ ਸਰਕਾਰ ਨੇ ਅਜੇ ਕੰਮ ਸ਼ੁਰੂ ਹੀ ਨਹੀਂ ਕੀਤਾ। ਜਿਹੜੇ ਵੱਡੇ ਡਿਵੈਲਪਮੈਂਟ ਦੇ ਪ੍ਰੋਜੈਕਟ ਨੇ ਹੁਣ ਉਹ ਤਾਂ ਕੋਈ ਹਜੇ ਆਇਆ ਹੀ ਨਹੀਂ ਆ, ਉਹ ਤਾਂ ਉਸ ਤੋਂ ਬਾਅਦ ਪਤਾ ਲੱਗੂਗਾ ਨਾ ਵੀ ਕਿੰਨਾ ਮਤਲਬ ਤੁਸੀਂ ਕਟੌਤੀ ਕਰ ਰਹੇ ਹੋ। ਇੱਕ ਸਕੂਲ ਮੰਨ ਲਓ ਪਹਿਲਾਂ 100 ਰੁਪਏ 'ਚ ਬਣ ਰਿਹਾ ਸੀ, ਕੀ ਉਹ 70 ਰੁਪਏ 'ਚ ਆਇਆ ਹੈ, 60 ਰੁਪਏ 'ਚ ਆਇਆ ਹੈ? ਜੇ ਤਾਂ ਉਹਦੀ ਕੀਮਤ 60 ਰੁਪਏ ਆ ਗਈ ਹੈ, ਫਿਰ ਇਹ ਮੰਨਿਆ ਜਾਊਗਾ ਕਿ ਹਾਂ ਤੁਸੀਂ ਉੱਥੇ ਵੀ ਰੋਕ ਲਗਾਈ ਹੈ। ਪਰ ਉਹ ਹਜੇ ਵੀ ਮੈਂ ਕਹਿ ਰਿਹਾ ਕਰਪਸ਼ਨ ਉਨੀ ਹੀ ਇਨ ਪਲੇਸ ਹੈ। ਇੰਦਰਪ੍ਰੀਤ, ਤੁਸੀਂ ਕਹਿ ਰਹੇ ਹੋ ਕਿ ਅਜੇ ਸਰਕਾਰ ਨੇ ਡਿਵੈਲਪਮੈਂਟ ਦੇ ਕੰਮ ਨਹੀਂ ਸ਼ੁਰੂ ਕੀਤੇ, ਪਰ ਸਰਕਾਰ ਨੇ ਇਸ਼ਤਿਹਾਰਾਂ 'ਤੇ ਖੂਬ ਪੈਸਾ ਖਰਚਤਾ, ਉਹਦੀ ਲੈ ਕੇ ਖੂਬ ਚਰਚਾ ਹੋ ਰਹੀ ਹੈ। ਮਤਲਬ 1 ਮਹੀਨੇ 'ਚ 15 ਕਰੋੜ ਦੇ ਇਸ਼ਤਿਹਾਰ ਜਾਰੀ ਹੋ ਰਹੇ ਨੇ, ਉਹ ਸਾਰਾ ਮਾਮਲਾ ਕੀ ਹੈ? ਦੇਖੋ, ਦੋ ਚੀਜ਼ਾਂ ਨਾਲ ਹੈ। ਇੱਕ ਤਾਂ ਮੈਨੂੰ ਲੱਗਦਾ ਵੀ ਉਸ ਦੇ ਰਾਹੀਂ ਮੀਡੀਆ ਨੂੰ ਕੰਟਰੋਲ ਕੀਤਾ ਜਾ ਰਿਹਾ ਹੈ। ਇੱਕ ਤਾਂ ਇਹ ਪ੍ਰਚਾਰ ਦਾ ਕੋਈ ਮਕਸਦ ਨਹੀਂ ਹੁੰਦਾ ਪ੍ਰਚਾਰ ਐਕਚੁਅਲੀ ਜਦੋਂ ਦਾ ਕੋਵਿਡ ਮਤਲਬ ਨਿਕਲ ਕੇ ਗਿਆ ਹੈਗਾ, ਉਸ ਤੋਂ ਬਾਅਦ ਜਿਹੜਾ ਪ੍ਰਾਈਵੇਟ ਸੈਕਟਰ ਹੈ ਉਹਦਾ ਕਾਰੋਬਾਰ ਇੰਨਾ ਕੁ ਉਹਨੂੰ ਢਾਹ ਲੱਗੀ ਹੈ ਕਿ ਉਹਨੇ ਆਪਣੇ ਖਰਚਿਆਂ 'ਚ ਬਹੁਤ ਕਟੌਤੀ ਕਰਤੀ ਹੈ। ਉਹ ਜਦੋਂ ਕਟੌਤੀ ਕਰਨ ਦੀ ਵਾਰੀ ਆਉਂਦੀ ਹੈ ਨਾ, ਉਦੋਂ ਸਭ ਤੋਂ ਪਹਿਲਾਂ ਐਡਵਰਟਾਈਜ਼ਮੈਂਟ 'ਤੇ ਕਟੌਤੀ ਹੁੰਦੀ ਹੈ। ਹੁਣ ਜਦੋਂ ਪ੍ਰਾਈਵੇਟ ਸੈਕਟਰ ਐਡਵਰਟਾਈਜ਼ਮੈਂਟ 'ਤੇ ਕਟੌਤੀ ਕਰੂਗਾ ਤਾਂ ਨੈਚੁਰਲੀ ਹੈ ਕਿ ਉਹਦਾ ਅਸਰ ਜਿਹੜਾ ਹੈ ਮੀਡੀਆ ਇੰਡਸਟਰੀ 'ਤੇ ਆਊਗਾ ਹੀ। ਤਾਂ ਉਹ ਫਿਰ ਝਾਕ ਜਿਹੜੀ ਹੁੰਦੀ ਹੈ ਸਰਕਾਰ ਵੱਲ ਆ ਜਾਂਦੀ ਹੈ। ਤਾਂ ਜਦੋਂ ਸਰਕਾਰ ਦਿਖਾਣਾ ਸ਼ੁਰੂ ਕਰਦੀ ਹੈ ਵੀ ਸਾਡੇ ਕੋਲ ਇੰਨਾ ਬਜਟ ਹੈ, 100 ਕਰੋੜ 200 ਕਰੋੜ 500 ਕਰੋੜ ਹੈ,
ਤਾਂ ਫਿਰ ਕਿਤੇ ਨਾ ਕਿਤੇ ਮਤਲਬ ਜਿਹੜੇ ਅਖਬਾਰ ਵੀ ਨੇ ਉਹ ਵੀ ਮਤਲਬ ਨੈਗੇਟਿਵਿਟੀ ਘਟਾ ਦਿੰਦੇ ਨੇ ਵੀ ਚਲੋ ਸਰਕਾਰ ਦੇ ਖਿਲਾਫ ਜ਼ਿਆਦਾ ਕਿਉਂ ਲਿਖਣਾ ਹੈਗਾ। ਤਾਂ ਮੈਨੂੰ ਇਹ ਲੱਗਦਾ ਵੀ ਉਹ ਇੱਕ ਤੀਰ ਨਾਲ ਦੋ ਨਿਸ਼ਾਨੇ ਲੱਗ ਜਾਂਦੇ ਨੇ। ਇੱਕ ਤਾਂ ਵੀ ਪ੍ਰਚਾਰ ਨਾਲ ਉਹ ਆਪਣੀ ਇਮੇਜ ਬਣਾਉਣਾ ਚਾਹੁੰਦੇ ਆ, ਦੂਜਾ ਮੀਡੀਆ ਨੂੰ ਵੀ ਕੰਟਰੋਲ ਕਰ ਲੈਂਦੇ ਆ। ਮੀਡੀਆ ਚੁੱਪ ਹੋ ਜਾਂਦਾ। ਹਾਂ, ਮੀਡੀਆ ਚੁੱਪ ਹੋ ਜਾਂਦਾ। ਤੁਸੀਂ ਹੁਣ ਦੇਖੋ ਪਿਛਲੇ 3 ਮਹੀਨਿਆਂ ਤੋਂ ਅਗਰ ਤੁਸੀਂ ਦੇਖ ਰਹੇ ਹੋਗੇ, ਖਾਸ ਤੌਰ ਤੇ ਮਤਲਬ ਮੀਡੀਆ ਦੇ ਵਿੱਚ ਬਹੁਤ ਥੋੜੀ ਮਤਲਬ ਨੈਗੇਟਿਵ ਪਬਲਿਸਿਟੀ ਆ। ਉਹ ਇਹਦਾ ਕਾਰਨ ਇਹ ਵੀ ਸਕਦਾ ਵੀ ਨਵੀਂ ਸਰਕਾਰ ਹੈ ਇਸ ਕਰਕੇ ਵੀ, ਲੇਕਿਨ ਕਿਤੇ ਨਾ ਕਿਤੇ ਇਸ ਗੱਲ ਦਾ ਵੀ ਹੈ ਕਿ ਹਜੇ ਮੀਡੀਆ ਨੂੰ ਕੰਟਰੋਲ ਕੀਤਾ ਹੋਇਆ। ਜੋ ਮੈਨੂੰ ਲੱਗ ਰਿਹਾ ਕਿ ਜਿਹੜਾ ਤੁਸੀਂ ਸਵਾਲ ਕੀਤਾ ਕਿ ਉਹ 15 ਕਰੋੜ ਰੁਪਇਆ ਜਿਹੜਾ ਉਹਨਾਂ ਨੇ ਦਿਖਾਇਆ ਵੀ ਅਸੀਂ ਇੱਕ ਮਹੀਨੇ 'ਚ ਖਰਚਾ ਕੀਤਾ ਹੈਗਾ, ਉਹਦੇ ਵਿੱਚ ਕਿਤੇ ਨਾ ਕਿਤੇ ਉਹਦਾ ਵੀ ਹਿੱਸਾ ਹੈ। ਤੇ ਫਿਰ ਜਿਹੜਾ ਲੋਨ ਲੈਣਾ ਪੈ ਰਿਹਾ ਉਹ ਕਾਹਦੇ ਲਈ ਹੈ? ਦੇਖੋ ਉਹ ਇਸੇ ਲਈ, ਇਸੇ ਕੰਮਾਂ ਲਈ, ਇਸ਼ਤਿਹਾਰਾਂ ਲਈ, ਨੌਕਰੀਆਂ ਦੇ ਤਨਖਾਹਾਂ ਲਈ, ਜਾਂ ਫਿਰ ਹਾਲੇ ਤਾਂ ਡਿਵੈਲਪਮੈਂਟ ਦੇ ਕੰਮ ਨਹੀਂ, ਕੁਛ ਨਹੀਂ? ਤੁਸੀਂ ਕਹਿੰਦੇ ਹੋ 100 ਵਾਲੀ ਗੱਲ 70 ਦੀ ਵੀ ਨਹੀਂ ਆਈ, ਫਿਰ ਤਾਂ ਖਰਚੇ ਘਟਣੇ ਚਾਹੀਦੇ ਨੇ। ਪਰ ਕਹਿੰਦੇ ਕਿ ਲੋਨ ਦੀ ਪਿਛਲੀ ਵਾਰ ਨਾਲੋਂ ਵੱਧ ਗਈ। ਹਾਂ, ਗੱਲ ਬਿਲਕੁਲ ਠੀਕ ਹੈਗੀ ਹੈ। ਮੈਂ ਜਿਵੇਂ ਤੁਹਾਡੇ ਪਿਛਲੇ ਤੋਂ ਪਿਛਲੇ ਵਾਰੀ ਵੀ ਮੈਂ ਇਸ ਪ੍ਰੋਗਰਾਮ 'ਚ ਕਿਹਾ ਸੀਗਾ ਕਿ ਸਰਕਾਰ ਕੋਲ ਇੱਕ ਬੜਾ ਵਧੀਆ ਮੌਕਾ ਸੀ ਕਿ ਉਹ ਸਰਕਾਰ ਕਦੋਂ ਇਸ ਬਜਟ 'ਚ ਤੱਕ ਚੀਫ ਮਿਨਿਸਟਰ ਦੇ ਹੱਥੋਂ ਚਾਹੇ ਮਤਲਬ ਗਵਰਨਰ ਐਡਰੈਸ ਤੇ ਉਹਦੇ ਵਿੱਚ ਬਿਲਕੁਲ ਇੱਕ ਟਾਈਮ ਲੈ ਸਕਦੀ ਸੀ ਵੀ ਜੀ ਸਾਨੂੰ ਸਾਲ ਦਿਓ, ਅਸੀਂ ਸਾਲ ਕੁਝ ਵੀ ਨਹੀਂ ਕਰਨਾ। ਕਿਉਂਕਿ ਮੈਂ 3 ਮਹੀਨੇ 'ਚ ਇਹ ਦੇਖਿਆ, ਸਾਰਾ ਸਿਸਟਮ ਨੂੰ ਮੈਂ ਸਮਝਿਆ, ਔਰ ਮੈਨੂੰ ਉਹ ਜੋ ਲੱਗ ਰਿਹਾ ਸਿਸਟਮ ਇੰਨਾ ਕੁ ਕਲੈਪਸ ਕਰ ਗਈਆਂ ਪਿਛਲੀਆਂ ਸਰਕਾਰਾਂ ਕਿ ਮੈਨੂੰ ਤਾਂ ਉਹਨੂੰ ਸੈਟਿੰਗ ਕਰਨ 'ਚ ਹੀ ਘੱਟੋ ਘੱਟ ਸਾਲ 2 ਸਾਲ ਲੱਗ ਜਾਣੇ ਆ। ਔਰ ਲੋਕਾਂ ਨੇ ਦੇ ਦੇਣਾ ਸੀ ਟਾਈਮ। ਉਹਨਾਂ ਨੂੰ ਵੀ ਪਤਾ ਵੀ ਹਾਂ ਜਦੋਂ ਉਹਨਾਂ ਨੇ ਇਸ ਗੱਲ ਤੇ ਵੋਟ ਪਾਈ ਹੈ ਕਿ ਜੀ ਹਾਂ ਪਹਿਲਾਂ ਲੁੱਟ ਲਿਆ ਦੋਨੋਂ ਸਰਕਾਰਾਂ ਨੇ, ਤਾਂ ਫਿਰ ਤੁਹਾਨੂੰ ਇੱਕ ਮੌਕਾ ਵੀ ਤਾਂ ਦੇਣਾ ਪਊਗਾ ਨਾ ਵੀ ਜਿਹੜੀ ਦੂਜੀ ਗਵਰਨਮੈਂਟ ਆ ਕੇ ਕੰਮ ਕਰ ਰਹੀ ਹੈ ਵੀ ਉਹ ਇਹ ਕਰ ਸਕਦੇ ਸੀ ਵੀ ਜਿੱਥੇ ਪੈਸਾ ਇਨਵੋਲਵ ਨਹੀਂ ਹੈ ਉਹ ਕੰਮ ਬਿਲਕੁਲ ਪਹਿਲਾਂ ਹੋਣਗੇ, ਦਫ਼ਤਰ 'ਚ ਬੰਦੇ ਹਾਜ਼ਰ ਹੋਣਗੇ, ਤੁਹਾਡੇ ਕੰਮ ਮਤਲਬ ਜਿਹੜੇ ਹੈਗੇ ਨੇ ਉਹ ਉਹਨਾਂ 'ਚ ਕੋਈ ਕਮੀ ਨਹੀਂ ਆਊਗੀ, ਟਾਈਮ ਸਿਰ ਕੰਮ ਹੋਣਗੇ, ਕਰਪਸ਼ਨ ਟੋਲਰੇਟ ਨਹੀਂ ਹੋਏਗੀ। ਇਹ ਸਾਰੀਆਂ ਚੀਜ਼ਾਂ ਇਨ ਪਲੇਸ ਹੋਣਗੀਆਂ। ਜਿਵੇਂ ਬੱਸਾਂ ਦਾ ਹੈਗਾ, ਬੱਸਾਂ ਦੇ ਸਾਰੇ ਟਾਈਮ ਟੇਬਲ ਠੀਕ ਹੋਣਗੇ ਜੀ। ਤਾਂ ਇਹ ਸਾਰੀਆਂ ਚੀਜ਼ਾਂ ਨਾਲ ਕੀ ਹੁੰਦਾ, ਇੱਕ ਤਾਂ ਗਵਰਨਮੈਂਟ ਦਾ ਰੈਵਨਿਊ ਵੱਧਦਾ ਰਹਿੰਦਾ, ਇੱਕ ਜਿਹੜੇ ਕੰਮ ਨੇ ਜਿਨ੍ਹਾਂ ਤੋਂ ਲੋਕ ਤੰਗ ਹੁੰਦੇ ਨੇ ਉਹ ਇਨ ਪਲੇਸ ਹੋ ਜਾਂਦੇ। ਲੋਕਾਂ ਨੂੰ ਲੱਗਣ ਲੱਗਦਾ ਵੀ ਚਲੋ ਯਾਰ ਆਹ ਠੀਕ ਹੋ ਗਿਆ ਨਾ, ਹੈ ਨਾ, ਵੀ ਪਹਿਲਾਂ ਯਾਰ ਬੜਾ ਧੱਕੇ ਖਾਣੇ ਪੈਂਦੇ ਸੀਗੇ, ਹੁਣ ਇਹ ਸਮੂਥ ਹੋ ਗਿਆ, ਸਮੂਥ ਹੋ ਗਿਆ ਕੰਮ। ਤਾਂ ਉੱਥੇ ਜੇ ਲੋਕਾਂ ਨੂੰ ਇੰਨੀ ਕੁ ਵੀ ਰਾਹਤ ਮਿਲ ਜਾਂਦੀ ਤਾਂ ਉਹ ਸਾਲ 2 ਸਾਲ ਜਿਹੜਾ ਹੈਗਾ ਆਪਣਾ ਕੰਮ ਟਪਾ ਲੈਂਦੇ। ਲੋਕ ਤਾਂ ਹੁਣ ਉਸ ਗੱਲੋਂ ਔਖੇ ਨੇ ਇੰਦਰਪ੍ਰੀਤ ਜੀ, ਛੋਟੇ ਪਲਾਟਾਂ ਦੀਆਂ ਇੰਡਸਟਰੀਆਂ ਬੰਦ ਪਈਆਂ, ਹੁਣ ਕਹਿੰਦੇ ਖੁੱਲ ਰਹੀਆਂ ਨੇ, ਉਹ 'ਚ ਵੀ ਬਹੁਤ ਹਜੇ ਇਹੀ ਕੀਤਾ ਨਾ ਕਿ ਸਰਕਾਰ ਦਾ ਖਜ਼ਾਨਾ ਵੀ ਨੁਕਸਾਨ ਤੇ ਲੋਕ ਵੀ ਪਰੇਸ਼ਾਨ। ਇਹੀ ਜਿਹੜੀ ਅਸਲ 'ਚ ਕੀਤਾ ਹੈ, ਅਸਲ 'ਚ ਕੀ ਹੋ ਰਿਹਾ ਕਿ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਇਹ ਸੋਚਿਆ ਨਹੀਂ ਜਾ ਰਿਹਾ ਕਿ ਉਹਦੇ ਯਾਰ ਨੈਗੇਟਿਵ ਪੱਖ ਕੀ ਹੋਣਗੇ। ਚਲੋ ਇੱਕ ਕਦਮ ਚੁੱਕਿਆ ਹੈ ਤਾਂ ਉਹਦੇ ਪੋਜ਼ਿਟਿਵ ਪੱਖ ਤਾਂ ਆ ਨਹੀਂ, ਲੇਕਿਨ ਨੈਗੇਟਿਵ ਕੀ ਹੋਣਗੇ ਉਹ ਨਹੀਂ ਕੀਤਾ ਜਾ ਰਿਹਾ। ਹੁਣ ਜਿਵੇਂ ਸਪੋਜ਼ ਕਰੋ ਕਿ ਤੁਸੀਂ ਕਹਤਾ ਵੀ ਮੂੰਗ ਦੀ ਦਾਲ ਲਗਾ ਲਓ, ਤੁਸੀਂ ਕਹਿ ਕਦੋਂ ਰਹੇ ਹੋ? ਕਹਿ ਰਹੇ ਹੋ ਮਈ 16 ਦੇ ਵਿੱਚ, ਜਦ ਕਿ ਆਲਰੇਡੀ ਜਿੰਨਾ ਲੋਕਾਂ ਨੇ ਲਗਾਣੀ ਹੁੰਦੀ ਉਹ ਆਲਰੇਡੀ ਅਪ੍ਰੈਲ 'ਚ ਲਗਾ ਚੁੱਕੇ, ਮਤਲਬ ਉਹ ਕੋਈ ਹੈ ਨਹੀਂ। ਤੁਸੀਂ ਕਹੋਗੇ ਵੀ ਫਿਰ ਰਕਬਾ ਕਿਵੇਂ ਵੱਧ ਗਿਆ? ਰਕਬਾ ਨਹੀਂ ਵਧਿਆ ਹੈਗਾ, ਰਕਬਾ ਉਨਾ ਹੀ ਹੈ। ਹੁੰਦਾ ਕੀ ਹੈ ਕਿ ਜਦੋਂ ਅਸੀਂ ਪੈਡੀ ਔਰ ਵੀਟ ਦੀ ਕਰਦੇ ਹਾਂ ਤਾਂ ਇਹ ਕੁਝ ਕਿਸਾਨ ਨਾ ਆਪਣੇ ਤੌਰ ਤੇ ਕਰ ਲੈਂਦੇ ਵੀ ਚੱਲ ਯਾਰ ਇੱਕ ਫਸਲ ਹੋਰ ਲੈ ਲੈਂਦੇ ਆ ਇਹਦੇ 'ਚੋਂ, ਹੋਰ ਨਹੀਂ ਤਾਂ ਅਗਲੀ ਫਸਲ ਲਈ ਜ਼ਮੀਨ ਸੌਖੀ ਹੋ ਜੂਗੀ। ਤਾਂ ਉਹ ਫਿਰ ਗਿਰਦਾਵਰੀ 'ਚ ਨੋਟ ਨਹੀਂ ਕਰਾਉਂਦੇ। ਜਦੋਂ ਨੋਟ ਨਹੀਂ ਕਰਾਉਂਦੇ ਫਿਰ ਤੁਹਾਡੇ ਕੋਲ ਰਿਕਾਰਡ ਨਹੀਂ ਬਣਦਾ ਵੀ ਕਿੰਨੇ ਰਕਬੇ ਦੇ ਵਿੱਚ ਦਾਲ ਹੋਈ। ਐਤਕੀ ਪਹਿਲੀ ਵਾਰ ਤੁਸੀਂ ਕਿਹਾ ਕਿ ਜੀ MSP ਦੇਵਾਂਗੇ, ਉਹ ਰਿਕਾਰਡ ਹੋ ਗਈ, ਉਹ ਰਿਕਾਰਡ 'ਚ ਆ ਗਈ। ਤਾਂ ਕਰਕੇ ਉਹ ਤੁਹਾਨੂੰ ਲੱਗ ਰਿਹਾ ਕਿ ਵੀ ਜਿਹੜਾ ਉਹ ਮੂੰਗ ਦੀ ਦਾਲ ਹੈਗੀ ਹੈ ਉਹ ਐਤਕੀ ਉਹਦਾ ਜਿਹੜਾ ਹੈਗਾ ਉਹ ਵੱਧ ਗਿਆ। ਤਾਂ ਇਹ ਜਿਹੜੀ ਮੈਂ ਜਿਹੜੀ ਗੱਲ ਕਰ ਰਿਹਾ, ਮੇਰੇ ਕਹਿਣ ਤੋਂ ਭਾਵ ਇਹ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਡਿਸੀਜਨ ਨੇ ਉਹ ਕੋਈ ਇੱਕਦਮ ਇੱਦਾਂ ਲੈਣ ਵਾਲੇ ਨਹੀਂ ਹੈਗੇ, ਨਹੀਂ ਹੁੰਦੇ। ਉਹਦੇ ਲਈ ਦੇਖੋ ਤੁਹਾਡੇ ਕੋਲੇ ਐਗਰੀਕਲਚਰ ਪਾਲਿਸੀ ਬਣ ਕੇ ਪਈ ਹੈ, ਚਾਹੇ ਪਿਛਲੀ ਸਰਕਾਰ ਵੇਲੇ ਦੀ ਬਣੀ ਹੋਈ ਹੈ। ਤੁਸੀਂ ਕਹਿ ਸਕਦੇ ਸੀ ਆ ਕੇ ਵੀ ਭਾਈ ਇਹ ਪਿਛਲੀ ਸਰਕਾਰ ਨੇ ਨਹੀਂ ਕੀਤੀ ਲਾਗੂ, ਅਸੀਂ ਇਸ ਤੇ ਪਹਿਲਾਂ ਡਿਬੇਟ ਕਰਾਵਾਂਗੇ, ਚਰਚਾ ਕਰਾਵਾਂਗੇ। ਜਿਹੜੇ ਪੁਆਇੰਟ ਸਾਨੂੰ ਪਸੰਦ ਨਹੀਂ ਹੋਣਗੇ ਅਸੀਂ ਫਾਰਮਰ ਕਮਿਸ਼ਨ ਨੂੰ ਵਾਪਸ ਭੇਜਾਂਗੇ, ਵਾਪਸ ਭੇਜ ਕੇ ਉਹਨਾਂ ਨੂੰ ਕਹਾਂਗੇ ਕਿ ਇਸ ਨੂੰ ਸੁਧਾਰ ਕਰਕੇ ਆਹ ਬਣਾਓ, ਅਸੀਂ ਆਹ ਚਾਹੁੰਦੇ ਹਾਂ, ਸਾਡੀ ਆਹ ਪਾਲਿਸੀ ਹੈ। ਤੁਸੀਂ ਦੇਖਦੇ ਮੈਨੂੰ ਲੱਗਦਾ ਕਿ ਤੁਹਾਨੂੰ ਜ਼ਿਆਦਾ ਬੈਨੀਫਿਟ ਹੁੰਦਾ ਉਸ ਚੀਜ਼ ਦਾ। ਲੋਕ ਇਸ ਗੱਲ ਦੇ ਉੱਤੇ ਉਹ ਕਰਦੇ ਵੀ ਹਾਂ ਯਾਰ ਵੀ ਇਹ ਚੀਜ਼ਾਂ ਜਿਹੜੀਆਂ ਨੇ ਇਹ ਗਵਰਨਮੈਂਟ ਯਾਰ ਇਹਨਾਂ ਦਾ ਪੋਜ਼ਿਟਿਵ ਨਜ਼ਰੀਆ ਉਹ ਕਰਨਗੇ। ਇਹ ਇਹਨਾਂ ਨੇ ਨਹੀਂ ਕੀਤਾ, ਹਰ ਕਦਮ ਇੱਦਾਂ ਹੀ ਚੱਕ ਰਿਹਾ ਵੀ ਇੱਕ ਕਦਮ ਅੱਗੇ ਚੱਕੋ 2 ਪਿੱਛੇ ਕਰ ਲਓ।
ਕਿੰਨੇ ਫੈਸਲੇ ਪਿੱਛੇ ਹੋਣਾ ਪਿਆ। ਤੁਸੀਂ ਦੇਖੋ ਨਾ ਵੀ ਇਹ ਜਿਹੜੇ ਫੈਸਲੇ ਹੁੰਦੇ ਨੇ ਫਿਰ ਕੀ ਹੁੰਦਾ ਕਿ ਹੌਲੀ ਹੌਲੀ ਕੀ ਹੋਊਗਾ, ਤੁਹਾਡਾ ਵਿਸ਼ਵਾਸ ਹੀ ਖਤਮ ਹੋ ਜਾਊਗਾ। ਵਿਰੋਧੀਆਂ ਨੂੰ ਬੋਲਣ ਦਾ ਮੌਕਾ ਮਿਲ ਜਾਂਦਾ। ਉਹ ਤਾਂ ਅਕਾਲੀ ਕਾਂਗਰਸੀ ਜਿਨ੍ਹਾਂ ਤੋਂ ਲੋਕ ਮਤਲਬ ਅੱਕ ਚੁੱਕੇ ਸੀ, ਜਿਹੜੇ ਆਪਣਾ ਵਿਸ਼ਵਾਸ ਖੋ ਚੁੱਕੇ ਸੀ, ਲੋਕ ਉਹਨਾਂ ਦੀ ਗੱਲ ਸੁਣਨ ਲੱਗ ਗਏ। ਮਤਲਬ ਉਹਨਾਂ ਦੀ ਗੱਲ ਸੁਣਨ ਲੱਗ ਗਏ, ਤੁਹਾਡੀ ਨੂੰ ਨਕਾਰਨ ਲੱਗ ਗਏ। ਇਹ ਚੀਜ਼ਾਂ ਜਿਹੜੀਆਂ ਨੇ ਨਾ, ਮੈਨੂੰ ਲੱਗਦਾ ਕਿ ਇਹਦਾ ਮਤਲਬ ਕੱਲ ਇਹ ਹੋਊਗਾ ਵੀ ਕੱਲ ਨੂੰ ਜੇ ਕੋਈ ਤੁਸੀਂ ਵੱਡਾ ਫੈਸਲਾ ਲੈਣਾ ਤਾਂ ਔਰ ਤੁਸੀਂ ਲੋਕਾਂ ਕੋਲੇ ਜਾ ਕੇ ਕਹੋਗੇ ਕਿ ਮੈਂ ਕਰਨਾ ਹੈ, ਤਾਂ ਲੋਕ ਤੁਹਾਡੇ ਤੇ ਵਿਸ਼ਵਾਸ ਨਹੀਂ ਕਰਨਗੇ। ਇਸ ਕਰਕੇ ਮੈਂ ਬਾਰ-ਬਾਰ ਇਹ ਗੱਲ ਕਹਿ ਰਿਹਾ ਹਾਂ ਵੀ ਜਿਹੜੀਆਂ ਚੀਜ਼ਾਂ ਇਹ ਨੇ, ਜਿਵੇਂ ਤੁਸੀਂ ਕਿਹਾ ਵੀ ਹੁਣ ਕਰਜ਼ਾ ਬਹੁਤ ਲੈ ਰਹੇ, ਹਾਂ ਕਹਿੰਦੇ ਕਿ 3000 ਕਰੋੜ ਔਸਤਨ ਹਰ ਮਹੀਨਾ। ਕਰਜ਼ੇ ਵਾਲੀ ਜਿਹੜੀ ਹੈਗੀ ਹੈ ਨਾ, ਉਹ ਇਸੇ ਸਰਕਾਰ ਦੀ ਨੈਗੇਟਿਵਿਟੀ ਚੋਂ ਨਿਕਲੀ ਹੋਈ ਹੈ। ਅਦਰਵਾਈਜ਼ ਇਹੀ ਚੀਜ਼ ਪਹਿਲਾਂ ਸਰਕਾਰ ਆਪ ਪ੍ਰੈਸ ਨੋਟ ਜਾਰੀ ਕਰਕੇ ਦੱਸਦੀ ਹੁੰਦੀ ਸੀ। ਅੱਛਾ, ਤੁਹਾਨੂੰ ਜੇ ਯਾਦ ਹੋਵੇ ਪਿਛਲੀਆਂ ਗਵਰਨਮੈਂਟਾਂ, ਚਾਹੇ ਉਹ ਅਕਾਲੀ ਦਲ ਦੀ ਹੋਵੇ ਚਾਹੇ ਕਾਂਗਰਸ ਦੀ ਹੋਵੇ, ਜਦੋਂ ਵੀ ਨਵਾਂ ਕਰਜ਼ਾ ਲਿੱਤਾ ਜਾਂਦਾ ਸੀਗਾ ਤਾਂ ਗਵਰਨਮੈਂਟ ਇੱਕ ਪ੍ਰੈਸ ਨੋਟ ਜਾਰੀ ਕਰਦੀ ਸੀ। ਉਹ ਬਿਲਕੁਲ ਰੂਟੀਨ ਪ੍ਰੋਸੈਸ ਸੀ, ਕਿਉਂਕਿ ਕਰਜ਼ਾ ਤਾਂ 30-35 ਹਜ਼ਾਰ ਕਰੋੜ ਰੁਪਏ ਲਿਆ ਹੀ ਜਾਣਾ, ਉਸ ਚੋਂ ਕੁਝ ਮੂਲ ਵਾਪਸ ਚਲਾ ਜਾਂਦਾ, ਕੁਝ ਵਿਆਜ ਦੇ ਤੌਰ ਤੇ ਵਾਪਸ ਚਲਾ ਜਾਂਦਾ। ਜਿਹੜਾ ਮੂਲ ਚਲਾ ਜਾਂਦਾ ਵਾਪਸ, ਉਹਨੂੰ ਅਸੀਂ ਕਹਿ ਦਿੰਦੇ ਹਾਂ ਵੀ ਉਹ ਉਹਨਾਂ ਕੱਟਿਆ ਗਿਆ। ਜਿਵੇਂ ਸਪੋਜ਼ ਮੇਰੀ 100 ਰੁਪਏ ਦੀ ਸੀਮਾ ਹੈ ਕਰਜ਼ਾ ਲੈਣ ਦੀ, ਤਾਂ ਮੈਂ 100 ਚੋਂ ਮੈਂ ਲਊਂਗਾ 150, ਤਾਂ 150 ਚੋਂ 50 ਮੈਂ ਮੂਲ ਮੋੜ ਦੂੰਗਾ ਆਪਣਾ ਜਿਹੜਾ ਪਿਛਲਾ ਕਰਜ਼ਾ ਹੈ। 100 ਮੇਰਾ ਨਵਾਂ ਖੜਾ ਹੋ ਗਿਆ, ਤਾਂ ਉਹ ਮੇਰੇ ਉਸ ਚੋਂ ਕੱਟਿਆ ਜਾਊਗਾ, ਤਾਂ ਮੇਰੀ ਸੀਮਾ ਹੈ, ਹੱਦ ਹੈ ਮੇਰੀ, ਉਹ 100 ਹੀ ਰਹੂਗੀ। ਇਸ ਸਰਕਾਰ ਦੇ ਵਿੱਚ ਕੀ ਹੋਇਆ ਕਿ ਜਿਹੜਾ 2 ਸਾਲ ਪਿੱਛੇ ਕਰੋਨਾ ਕਰਕੇ ਸਾਨੂੰ ਡੈਮੇਜ ਹੋਇਆ, ਉਹਦੇ ਵਿੱਚ ਗਵਰਨਮੈਂਟ, ਉਹ ਸਾਰੀਆਂ ਸਟੇਟਾਂ ਨੂੰ ਹੋਇਆ ਸੀਗਾ, ਤਾਂ ਲੇਕਿਨ ਫਿਰ ਵੀ ਕਿਉਂਕਿ ਅਸੀਂ ਸਾਡਾ ਬਚਾਓ ਇਸ ਕਰਕੇ ਹੋ ਗਿਆ ਕਿ ਅਸੀਂ ਜਿਹੜਾ ਜਿਹਨੂੰ ਇਹ ਕਹਿੰਦੇ ਨਾ ਕਿ ਇੱਕ ਟਰਮਸ ਹੈਗੀ ਹੈ ਇਹਦੀ ਫਾਈਨਾਂਸ ਦੀ ਬੜੀ ਅੱਛੀ, ਕਿ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਤੁਸੀਂ 0.50% ਬਦਲ ਸਕਦੇ ਹੋਰ ਕਰਜ਼ਾ ਲੈ ਸਕਦੇ ਹੋ। ਤਾਂ ਉਹਦੇ ਵਿੱਚ ਕੀ ਸੀਗਾ ਕਿ ਅਸੀਂ ਤੁਹਾਡੀ ਜਿਹੜੀ FRMBM ਦੀ ਲਿਮਿਟ ਹੁੰਦੀ ਹੈ, ਫਿਸਕਲ ਮੈਨੇਜਮੈਂਟ ਦੀ ਜਿਹੜੀ ਲਿਮਿਟ ਹੈ, ਉਹ 3% ਤੋਂ ਅਸੀਂ 3.5 ਕਰਤੀ ਹੈ। ਤਾਂ ਉਹਦੇ ਨਾਲ ਕੀ ਸੀਗਾ ਵੀ ਗਵਰਨਮੈਂਟ ਆਫ ਇੰਡੀਆ ਸਾਨੂੰ ਕੀ ਬੋਲਦੇ ਹੁੰਦੇ ਆ, ਮੁਆਵਜ਼ਾ ਨਹੀਂ ਦੇਗੀ ਜਾਂ ਗ੍ਰਾਂਟ ਨਹੀਂ ਦੇਗੀ, ਲੋਨ ਦੇ ਦੇਗੀ। ਲੋਨ ਦੀ ਤੁਹਾਡੀ ਉਹ ਵਧਾਤੀ, ਯਾਨੀ ਭਾਰ ਤੁਹਾਡੇ ਸਿਰ ਤੇ ਹੀ ਪਾਤਾ। ਫੈਸਲਾ ਜਿਹੜਾ ਉਹ ਲਗਾਉਣ ਦਾ ਸੀਗਾ, ਕੀ ਨਾਮ ਹੈ, GST ਵਗੈਰਾ, ਨਾ ਜਿਹੜਾ ਇਹ ਲੋਕਡਾਊਨ ਦਾ, ਇਹ ਗਵਰਨਮੈਂਟ ਆਫ ਇੰਡੀਆ ਦਾ ਸੀਗਾ, ਪਰ ਜਿਹੜਾ ਉਹਦਾ ਅਸਰ ਹੈ ਉਹ ਸਟੇਟਾਂ ਨੂੰ ਭਰਨਾ ਪੈ ਰਿਹਾ ਹੁਣ। ਤਾਂ ਉਹਦੇ ਵਿੱਚ ਉਹਨਾਂ ਨੇ 3.5% ਕਰਤਾ, ਤਾਂ 3.5 ਚ ਸਾਡੇ ਕੋਲੇ, ਅਸੀਂ ਪਹਿਲੇ ਸਾਲ ਤਾਂ ਅਸੀਂ ਨਹੀਂ ਲਿੱਤਾ, ਮਤਲਬ ਜਿਹੜਾ ਸਾਨੂੰ ਕਿਹਾ ਗਿਆ ਕਿ 20 ਦੇ ਵਿੱਚ ਤੁਸੀਂ ਲੈ ਲਓ, ਤਾਂ ਅਸੀਂ ਨਹੀਂ ਲਿੱਤਾ, ਕਿਉਂਕਿ ਪਿਛਲੀ ਗਵਰਨਮੈਂਟ ਨੂੰ ਇਹ ਪਤਾ ਸੀ ਵੀ ਅਸੀਂ 21 ਚ ਆਉਣਾ ਹੈ। ਤਾਂ 21 ਚ ਜਦੋਂ ਅਸੀਂ ਨਵੀਂ ਉਹਦੇ ਵਿੱਚ ਜਾਣਾ ਹੈ, ਤਾਂ ਸਾਨੂੰ ਪਿਛਲਾ ਪੂਰਾ ਸਾਲ ਬਹੁਤ ਕੰਮ ਕਰਨਾ ਪਊਗਾ, ਤਾਂ ਉਹਦੇ ਲਈ ਸਾਨੂੰ ਐਡੀਸ਼ਨਲ ਪੈਸੇ ਦੀ ਲੋੜ ਹੋਊਗੀ, ਉਸ ਟਾਈਮ ਲਵਾਂਗੇ ਵੀ ਅਸੀਂ ਉਸ ਟਾਈਮ ਲਵਾਂਗੇ। ਤਾਂ ਇਸ ਕਰਕੇ ਉਹ ਜਿਹੜਾ ਪਿਛਲੇ ਸਾਲ ਦਾ ਇਹਨਾਂ ਨੇ ਲੋਨ ਨਹੀਂ ਲਿੱਤਾ, ਲੇਕਿਨ ਪਿਛਲੇ ਸਾਲ ਇਹਨਾਂ ਨੇ ਕਾਫੀ ਲਿੱਤਾ, ਉਹੀ ਟਰਮ ਹੁਣ ਅੱਗੇ ਵੱਧ ਗਈ ਹੈ, ਉਹ ਚੰਨੀ ਕੈਪਟਨ ਦੇ ਟਾਈਮ 'ਚ। ਹਾਂ, ਹੁਣ ਇਹਨਾਂ ਨੇ ਜਿਹੜਾ ਇਸ ਵਾਰੀ ਹੈਗਾ, ਉਹ ਤੋਂ ਵੀ ਟੱਪ ਗਏ, ਉਹ ਹੁਣ ਟੱਪਣਾ ਹੀ ਆ। ਹੁਣ ਦੇਖੋ, ਟੱਪਣਾ ਦਾ ਮਤਲਬ ਹੁੰਦਾ ਕਿ ਲਿਮਿਟ ਤੋਂ ਬਾਹਰ ਨਹੀਂ ਜਾ ਸਕਦੇ, ਉਹ ਤਾਂ ਮਿਲਣਾ ਹੀ ਨਹੀਂ। ਮਤਲਬ ਇਹ ਨਹੀਂ ਕਿ ਇਹ ਜੇ ਚਾਹਣ ਵੀ ਤਾਂ ਵੀ ਨਹੀਂ ਮਿਲ ਸਕਦਾ, ਕਿਉਂਕਿ ਉਹ ਤਾਂ ਲਿਮਿਟ ਹੈ, ਉਹ ਤਾਂ RBI ਦੀ ਲਿਮਿਟ ਹੈ, ਗਵਰਨਮੈਂਟ ਫਾਈਨਾਂਸ ਮਿਨਿਸਟਰੀ ਦੀ ਲਿਮਿਟ ਹੈ, ਉਸ ਤੋਂ ਤਾਂ ਬਾਹਰ ਜਾ ਹੀ ਨਹੀਂ ਸਕਦੇ। ਇਸ ਕਰਕੇ ਜਿਹੜਾ ਅਖਬਾਰਾਂ 'ਚ ਜਾਂ ਟੀਵੀਆਂ 'ਤੇ ਜਾਂ ਹੋਰ ਮੀਡੀਆ 'ਚ ਜਿਹੜੀ ਇਹ ਗੱਲਾਂ ਚੱਲਦੀਆਂ ਵੀ ਹੁਣ 3000 ਕਰੋੜ ਹੋ ਗਿਆ ਜੀ, 3000 ਕਰੋੜ ਹਰ ਮਹੀਨੇ ਲੈਣ ਲੱਗ ਗਏ ਜੀ, ਉਹ ਕੋਈ ਉਹ ਨਹੀਂ, ਉਹ ਲਿਮਿਟ 'ਚ ਹੀ ਹੈ, ਲਿਮਿਟ ਤੋਂ ਬਾਹਰ ਨਹੀਂ ਜਾ ਰਹੇ ਆ। ਪਰ ਇਹ ਠੀਕ ਹੈ ਕਿ ਗਵਰਨਮੈਂਟ ਆਪਣੇ ਜਿਹੜੇ ਤੁਸੀਂ ਇਦਾਂ ਦੇ ਕਹਿ ਰਹੇ ਹੋ ਵੀ ਖਰਚੇ ਜਿਹੜੇ ਬਚਾਏ ਜਾ ਸਕਦੇ ਸੀਗੇ, ਉਹ ਬਚਾ ਕੇ ਇਸ ਲੋਨ ਨੂੰ ਘਟਾ ਸਕਦੀ। ਸੋ ਸਰਕਾਰ ਅਜੇ ਵੀ ਉਸੇ ਲੋਨ ਵੱਲ ਲਗਾਤਾਰ ਵਧ ਰਹੀ, ਸੋ ਇਸ ਲਈ ਇਹ ਫਿਕਰਮੰਦੀ ਵੀ ਹੈ। ਸੋ ਅੱਜ ਅਸੀਂ ਇੱਕ ਸਮੀਖਿਆ ਦੇ ਹਵਾਲੇ ਨਾਲ ਚਰਚਾਵਾਂ ਕੀਤੀਆਂ ਕਿ ਸਰਕਾਰ ਨੂੰ ਕਿੱਥੇ ਗੌਰ ਕਰਨ ਦੀ ਲੋੜ ਹੈ, ਕਿੱਥੇ ਲੋਕ ਕਾਲੇ ਨੇ, ਕਿੱਥੇ ਸਰਕਾਰ ਕਾਲੀ ਹੈ, ਔਰ ਕਿੱਥੇ ਸਰਕਾਰ ਘਿਰਦੀ ਨਜ਼ਰ ਆ ਰਹੀ ਹੈ। ਸੋ ਇਸ ਪਹਿਲੂ ਲੈ ਕੇ ਗੰਭੀਰ ਚਰਚਾ ਸੀ। ਇਹ ਚਰਚਾ ਮੁੱਕਣ ਵਾਲੀ ਨਹੀਂ, ਆਉਣ ਦਿਨਾਂ 'ਚ ਇਹਦੇ ਵਿੱਚ ਹੋਰ ਕਈ ਸਵਾਲ ਜੁੜਦੇ ਰਹਿਣੇ ਨੇ, ਤੇ ਅਸੀਂ ਫਿਰ ਪਰਤਾਂਗੇ ਨਵੇਂ ਮਹਿਮਾਨਾਂ ਨਾਲ, ਨਵੇਂ ਵਿਸ਼ਿਆਂ ਨਾਲ। ਤੁਸੀਂ ਵੇਖਦੇ ਰਹੋ ਵਿਜ਼ਨ ਪੰਜਾਬ TV, ਹਰ ਕਦਮ ਤੁਹਾਡੇ ਨਾਲ।